डियर स्टूडेंट अज असी जड़ा नवा आर्टिकल जड़ा डिस्कस करन जा रहे हैं वो की है ऑल्टरनेटिंग वोल्टेज अप्लाइड टू अ रजिस्टर। साडे कोल एक रजिस्टेंस है ਇਹਦੇ ਨਾਲ ਅੱਜ ਅਸੀਂ ਜਿਹੜੀ ਹੈ ਆਲਟਰਨੇਟਿੰਗ ਵੋਲਟੇਜ ਜਿਹੜੀ ਹੈ ਅਪਲਾਈ ਕਰਨੀ ਹੈ ਤੇ ਇਹ ਜਿਹੜਾ ਸਾਈਨ ਹੈ ਇਹ ਆਲਟਰਨੇਟਿੰਗ ਵੋਲਟੇਜ ਦਾ ਹੁੰਦਾ ਹੈ। ਜਿਸ ਤਰ੍ਹਾਂ ਅਸੀਂ ਡਾਇਰੈਕਟ ਵੋਲਟੇਜ ਵਾਸਤੇ ਇਹ ਬੈਟਰੀ ਯੂਜ਼ ਕਰਦੇ ਸੀ, ਇਹ ਸਾਡੀ ਹੈਗੀ ਹੈ ਡੀਸੀ ਵੋਲਟੇਜ ਤੇ ਇਹ ਜਿਹੜਾ ਸਾਈਨ ਹੈ ਇੱਕ ਵੇਵ ਵਰਗਾ ਸਾਈਨ, ਦਿਸ ਇਜ਼ ਯੂਜ਼ਡ ਫॉर ਆਲਟਰਨੇਟਿੰਗ ਵੋਲਟੇਜ। ਰਜਿਸਟੈਂਸ ਦੇ ਉੱਤੇ ਅਸੀਂ ਆਲਟਰਨੇਟਿੰਗ ਵੋਲਟੇਜ ਅਸੀਂ ਅਪਲਾਈ ਕਰਾਂਗੇ। ਇਹਦਾ ਬਿਹੇਵੀਅਰ ਅੱਜ ਅਸੀਂ ਦੇਖਣਾ ਹੈ ਕਿ ਰਜਿਸਟੈਂਸ ਜਿਹੜਾ ਹੈ ਆਲਟਰਨੇਟਿੰਗ ਵੋਲਟੇਜ ਨੂੰ ਕਿਸ ਤਰ੍ਹਾਂ ਬਿਹੇਵ ਕਰਦਾ ਹੈ। ਪਹਿਲਾ ਸਰਕਟ ਅਸੀਂ ਇਸ ਤਰ੍ਹਾਂ ਬਣਾਉਂਦੇ ਰਹੇ ਹਾਂ, ਜਿਹੜਾ ਅਸੀਂ ਸੈਕੰਡ ਯੂਨਿਟ ਪੜਿਆ ਹੈ ਉਹਦੇ ਵਿੱਚ ਅਸੀਂ ਇਸ ਤਰ੍ਹਾਂ ਬੈਟਰੀ ਲਗਾਉਂਦੇ ਸੀ ਥੱਲੇ। ਇਹ ਸਾਡੀ ਜਿਹੜੀ ਹੈ ਕਨਸਟੈਂਟ ਸਪਲਾਈ ਹੈ, ਇੱਧਰ ਪੋਜ਼ਿਟਿਵ ਹੈ ਤੇ ਇੱਧਰ ਨੈਗੇਟਿਵ ਹੈ। पर अज जी साडी सप्लाई थले आ गई ऑल्टरनेटिंग वोल्टेज, इन्हें अपनी पोलैरिटी जी है लगातार इन्हें चेंज करनी है। तो हुण रजिस्टेंस के उत्ते जो ऑल्टरनेटिंग वोल्टेज अप्लाई करांगे तो रजिस्टेंस जिहड़ा है किस तरह बिहेव करेगा, इहदे बारे जिहड़ा है अज असी डिस्कस करना है। नाउ फर्स्ट ऑफ ऑल लेट ऑल्टरनेटिंग voltage applied to resistance R ਉਹ ਕਿਹੜੀ ਹੈ alternating voltage ਅਸੀਂ ਅਪਲਾਈ ਕੀਤੀ E is equal to E naught sin omega t। ਇਹ ਸਾਡੀ ਜਿਹੜੀ ਹੈ ਫਸਟ ਇਕੁਏਸ਼ਨ alternating voltage ਜਿਹੜੀ ਮੈਂ ਇਹਨੂੰ ਅਪਲਾਈ ਕਰ ਦਿੱਤੀ ਹੈ। आई थिंक तुहानू इसका क्लीयर हो गया कि रजिस्टेंस के नाल ऑल्टरनेटिंग वोल्टेज अप्लाई कर देवांगे। हुण इहदा बिहेवियर देखते हैं। नाउ जदों ऑल्टरनेटिंग वोल्टेज अप्लाई करोगे रजिस्टेंस दे नाल ते इहदे विच करंट ते फ्लो करेगा सर्किट दे विच। ते जदों सर्किट दे विच जिहड़ा है मान लो करंट फ्लो करदा है, then according to Ohm's law की है V is equal to IR। ਜਿਹੜੀ ਆ ਸਾਰੀ ਵੋਲਟੇਜ ਹੈ ਰਜਿਸਟੈਂਸ ਨੂੰ ਸਪਲਾਈ ਹੋ ਰਹੀ ਹੈ, ਇਹਦਾ ਮਤਲਬ ਇੱਥੇ ਜਿਹੜੀ ਵੋਲਟੇਜ ਡਿਵੈਲਪ ਹੋਏਗੀ ਉਹ ਕੀ ਲਿਖਾਂਗੇ ਅਸੀਂ ਨਾਓ ਅਕੋਰਡਿੰਗ ਟੂ Ohm's law ਦੇ ਅਕੋਰਡਿੰਗ ਜਿਹੜੀ E ਹੈ it is equal to IR। वैसे फॉर्मूला होता है V is equal to IR, पर आज साडे कोल जिहड़ी सप्लाई है वो E equal to साडे कोल कितना आ गया IR। इत्थे वोल्टेज जिहड़ी है डेवलप हो गई। हुण असीं इत्थे E दी वैल्यू जिहड़ी है इत्थे पुट कर दांगे। दिस इंप्लाई E naught sin omega t is equal to साडे कोल कितना आ गया IR। E ਦੀ ਜਗ੍ਹਾ ਤੇ ਅਸੀਂ ਵੈਲਿਊ ਪੁੱਟ ਕਰਤੀ E naught sin omega t। ਹੁਣ ਅਸੀਂ I ਦੀ ਵੈਲਿਊ ਫਾਈਂਡ ਆਊਟ ਕਰਨੀ ਹੈ। ਨਾਓ I ਕਿੰਨਾ ਆਏਗਾ, ਦਿਸ ਇੰਪਲਾਈ I is equal to R ਇਹਦੇ ਨੀਚੇ ਆ ਜਾਏਗਾ। ਸਾਡੇ ਕੋਲ ਕੀ ਆਏਗਾ E naught divided by R ਨਾਲ ਆ ਜਾਏਗਾ ਸਾਡੇ ਕੋਲ sin omega t। I ਦੀ ਵੈਲਿਊ ਆ ਗਈ E naught over R sin omega t। ਨਾਓ What is this term? ऊपर EMF ਦਾ ਮਤਲਬ ਵੋਲਟੇਜ, ਥੱਲੇ ਰਜਿਸਟੈਂਸ। ਜਦੋਂ ਵੀ ਅਸੀਂ ਵੋਲਟੇਜ ਨੂੰ ਰਜਿਸਟੈਂਸ ਦੇ ਨਾਲ ਡਿਵਾਈਡ ਕਰਦੇ ਹਾਂ ਤੇ ਸਾਡੇ ਕੋਲ ਕੀ ਆਂਦਾ ਹੈ, ਸਾਡੇ ਕੋਲ ਆਂਦਾ ਹੈ ਕਰੰਟ। ਵੋਲਟੇਜ ਨੂੰ ਜਦੋਂ ਰਜਿਸਟੈਂਸ ਨਾਲ ਡਿਵਾਈਡ ਕਰੋਗੇ ਤੇ ਸਾਡੇ ਕੋਲ ਆਏਗਾ ਕਰੰਟ। ਇਹ ਫਾਰਮੂਲਾ ਬੇਟਾ ਉਹੀ ਹੈ ਓਮਸ ਲਾ ਵਾਲਾ, ਵੋਲਟੇਜ ਓਵਰ ਰਜਿਸਟੈਂਸ ਇਜ਼ ਇਕੁਅਲ टू करंट। पर यह केड़ी वोल्टेज है ध्यान ना देखो, दिस इज अ पीक वोल्टेज, मैक्सिमम वोल्टेज। तो जे मैक्सिमम वोल्टेज डिवाइडेड बाय असी रजिस्टेंस करांगे तो इत्थे जिहड़ा करंट आएगा वो साडा मैक्सिमम करंट आएगा, जिसनूं असी बोलांगे पीक वैल्यू ऑफ करंट। नाउ व्हाट इज दिस?
this is the peak value of current. ਵੋਲਟੇਜ ਓਵਰ ਰੈਜ਼ਿਸਟੈਂਸ ਉਹ ਤੇ ਕਰੰਟ ਹੋ ਗਿਆ, ਪਰ ਇੱਥੇ ਪੀਕ ਵੈਲਿਊ ਹੋਣ ਕਰਕੇ ਸਾਡੇ ਕੋਲ ਜਿਹੜਾ ਕਰੰਟ ਆਏਗਾ ਉਹ ਕਿਹੜਾ ਆਏਗਾ, ਪੀਕ ਵੈਲਿਊ ਆਫ ਕਰੰਟ। ਨਾਓ ਅਸੀਂ ਕੀ ਲਿਖਾਂਗੇ, ਪੁੱਟ E naught over R is equal to I naught। E naught over R ਨੂੰ ਅਸੀਂ ਜਿਹੜਾ ਹੈ ਪੁੱਟ ਕਰ ਦਾਂਗੇ I naught। therefore ਸਾਡੇ ਕੋਲ ਜਿਹੜੀ ਹੈ ਇਕੁਏਸ਼ਨ ਕੀ ਬਣ ਜਾਏਗੀ, I is equal to ਇਹਦੀ ਜਗ੍ਹਾ ਤੇ ਸਾਡੇ ਕੋਲ ਜਿਹੜਾ ਹੈ I naught ਆ ਗਿਆ, ਤੇ ਬਾਕੀ ਸਾਡੇ ਕੋਲ ਦੇਖੋ sin omega t। this is equation number 2। ਹਾਂਜੀ ਬੇਟਾ ਇੱਥੋਂ ਤੱਕ ਕਲੀਅਰ ਹੈ। ਮੈਂ ਇਹਦੇ ਵਰਗੇ ਜਿਹੜੇ ਨੇ 3 ਆਰਟੀਕਲ ਕਰਨੇ ਨੇ। ਇਹ ਸਾਡਾ ਪਹਿਲਾ ਹੈ, ਰੈਜ਼ਿਸਟੈਂਸ ਨੂੰ AC ਦੇ ਉੱਤੇ ਅਪਲਾਈ ਕੀਤਾ, ਇਹਨੂੰ ਬੋਲਦੇ ਆ ਰੈਜ਼ਿਸਟਿਵ ਸਰਕਟ। ਰੈਜ਼ਿਸਟੈਂਸ ਨੂੰ AC ਅਪਲਾਈ ਕੀਤੀ ਹੈ। ਇਸ ਤੋਂ ਬਾਅਦ ਜਿਹੜਾ ਨੈਕਸਟ ਮੈਂ ਡਿਸਕਸ ਕਰਾਂਗਾ, ਇਹਦੀ ਜਗ੍ਹਾ ਤੇ ਕਪੈਸਿਟਰ ਲਵਾਂਗਾ, ਕਪੈਸਿਟਰ ਨੂੰ AC ਸਪਲਾਈ ਕਰਾਂਗੇ ਨੈਕਸਟ ਆਰਟੀਕਲ ਦੇ ਵਿੱਚ। ਫਿਰ ਉਹਦੇ ਵਿੱਚ ਉਸ ਤੋਂ ਬਾਅਦ ਨੈਕਸਟ ਜਿਹੜਾ ਹੋਏਗਾ ਇੰਡਕਟਰ ਲਵਾਂਗੇ, ਕੋਆਇਲ ਦੇ ਉੱਤੇ ਅਸੀਂ ਜਿਹੜੀ ਹੈ AC ਵੋਲਟੇਜ ਸਪਲਾਈ ਕਰਾਂਗੇ। ਤਿੰਨਾਂ ਦਾ ਅਸੀਂ ਬਿਹੇਵੀਅਰ ਦੇਖਣਾ ਹੈ ਕਿ ਤਿੰਨੋਂ ਜਿਹੜੀਆਂ ਚੀਜ਼ਾਂ ਨੇ ਰੈਜ਼ਿਸਟੈਂਸ, ਕਪੈਸਿਟਰ ਤੇ ਇੰਡਕਟਰ AC ਨੂੰ ਕਿਸ ਤਰ੍ਹਾਂ ਬਿਹੇਵ ਕਰਦੇ ਨੇ, ਇਹਦੇ ਬਾਰੇ। ਤਿੰਨਾਂ ਆਰਟੀਕਲ ਦੇ ਵਿੱਚ ਇੱਕ ਚੀਜ਼ ਧਿਆਨ ਰੱਖਣੀ ਹੈ ਕਿ ਜਿਹੜੀ ਪਹਿਲੀ ਇਕੁਏਸ਼ਨ ਹੋਏਗੀ ਉਹ ਸਾਡੀ ਆਲਟਰਨੇਟਿੰਗ ਵੋਲਟੇਜ ਦੀ ਬਣਨੀ ਹੈ। ਤਿੰਨੋਂ ਆਰਟੀਕਲ ਦੇ ਵਿੱਚ ਪਹਿਲੀ ਇਕੁਏਸ਼ਨ ਸਾਡੀ ਕਿਹੜੀ ਬਣੇਗੀ, E is equal to E naught sin omega t। ਉਸ ਤੋਂ ਬਾਅਦ ਅਸੀਂ ਜਿਹੜੀ ਹੈ I ਦੀ ਵੈਲਿਊ ਫਾਈਂਡ ਆਊਟ ਕਰਨੀ ਹੈ ਤਿੰਨਾਂ ਦੇ ਵਿੱਚ। ਤਿੰਨਾਂ ਵਿੱਚ I ਨੂੰ ਫਾਈਂਡ ਕਰਨ ਦਾ ਤਰੀਕਾ ਵੱਖਰਾ ਹੋਏਗਾ। ਇੱਥੇ ਰੈਜ਼ਿਸਟੈਂਸ ਸੀਗਾ ਤੇ ਅਸੀਂ ਓਮਸ ਲਾਅ ਦੇ ਅਕੋਰਡਿੰਗ ਅਸੀਂ ਨਿਕਾਲ ਲਿਆ। ਜਦੋਂ ਕਪੈਸਿਟਰ ਲਗਾਵਾਂਗੇ ਉਹਦਾ ਮੈਥਡ ਹੋਰ ਹੋਏਗਾ I ਕੱਢਣ ਦਾ, ਜਦੋਂ ਇੰਡਕਟਰ ਲਗਾਵਾਂਗੇ ਉਦੋਂ I ਕੱਢਣ ਦਾ ਮੈਥਡ ਹੋਰ ਹੋਏਗਾ। ਪਰ ਅਸੀਂ ਦੋ ਇਕੁਏਸ਼ਨਾਂ ਹੀ ਤਿਆਰ ਕਰਨੀਆਂ ਨੇ, ਇੱਕ EMF ਦੀ ਤੇ ਦੂਸਰੀ ਇਕੁਏਸ਼ਨ ਅਸੀਂ ਤਿਆਰ ਕਰਨੀ ਹੈ ਕਰੰਟ ਦੀ। ਫਿਰ ਇਹਨਾਂ ਦੇ ਜਿਹੜੇ ਅਸੀਂ ਬਿਹੇਵੀਅਰ ਜਿਹੜਾ ਹੈ ਉਹ ਡਿਸਕਸ ਕਰ ਸਕਦੇ ਹਾਂ। ਪਹਿਲੀ ਇਕੁਏਸ਼ਨ EMF, ਸੈਕੰਡ ਇਕੁਏਸ਼ਨ ਸਾਡੀ ਜਿਹੜੀ ਹੈ ਉਹ ਕਰੰਟ ਦੀ ਹੋਣੀ ਚਾਹੀਦੀ ਹੈ। ਆਈ ਥਿੰਕ ਤੁਹਾਨੂੰ ਸਾਰਾ ਕਲੀਅਰ ਹੋ ਗਿਆ। ਅਗਲੇ ਜਿਹੜੇ ਲੈਕਚਰ ਆਉਣ ਵਾਲੇ ਨੇ ਉਹਦੇ ਵਾਸਤੇ ਵੀ ਤੁਸੀਂ ਜਿਹੜਾ ਹੈ ਪ੍ਰਪੇਅਰ ਹੋ ਜਾਓ ਕਿ ਅਸੀਂ ਕਿਸ ਤਰ੍ਹਾਂ ਆਰਟੀਕਲ ਨੂੰ ਜਿਹੜਾ ਹੈ ਉਹ ਆਪਾਂ ਉਹਨਾਂ ਨਾਲ ਡਿਸਕਸ ਕਰਨਾ ਹੈ। ਨਾਓ ਸਾਡੇ ਕੋਲ ਦੋ ਇਕੁਏਸ਼ਨਸ ਦੇਖੋ ਤਿਆਰ ਹੋ ਗਈਆਂ। ਇੱਕ ਇਕੁਏਸ਼ਨ ਹੈ EMF, ਦੂਸਰੀ ਆ ਗਈ ਸਾਡੇ ਕੋਲ ਕਰੰਟ ਦੀ। ਹੁਣ ਬੜੇ ਹੀ ਧਿਆਨ ਨਾਲ ਇਹਨਾਂ ਇਕੁਏਸ਼ਨਸ ਨੂੰ ਅਸੀਂ ਐਗਜ਼ਾਮਿਨ ਕਰਦੇ ਹਾਂ। ਸਭ ਨਾਲੋਂ ਪਹਿਲਾਂ ਦੇਖੋ ਜੋ ਸਾਈਨ ਦੇ ਨਾਲ ਆ ਚੀਜ਼ ਲੱਗੀ ਹੈ, ਆ ਧਿਆਨ ਨਾਲ ਦੇਖੋ, ਇਹਨੂੰ ਅਸੀਂ ਬੋਲਦੇ ਹਾਂ ਫੇਜ਼। ਜੋ ਸਾਈਨ ਦੇ ਨਾਲ ਲੱਗਾ ਹੁੰਦਾ ਹੈ, ਜਿਵੇਂ ਅਸੀਂ ਬੋਲੀਏ ਸਾਈਨ 60 ਡਿਗਰੀ, ਆ ਜਿਹੜਾ 60 ਡਿਗਰੀ ਹੈ ਇਟ ਇਜ਼ ਕਾਲਡ ਫੇਜ਼, ਇਟ ਇਜ਼ ਐਂਗਲ, ਫੇਜ਼ ਐਂਗਲ ਜਿਹੜਾ ਹੈ। ਨਾਓ ਦੋਨਾਂ ਦੇ ਫੇਜ਼ ਨੂੰ ਚੈੱਕ ਕਰੋ, ਕਰੰਟ ਤੇ EMF ਦੇ ਫੇਜ਼ ਚੈੱਕ ਕਰੋ। ਦੋਨਾਂ ਦੇ ਫੇਜ਼ ਸੇਮ ਹੈਗੇ ਜੇ, ਦੋਨਾਂ ਦੇ ਫੇਜ਼ ਸੇਮ ਹੈ। ਉਹਦਾ ਵੀ ਓਮੇਗਾ ਟੀ ਹੈ ਤੇ ਉਹਦਾ ਵੀ ਜਿਹੜਾ ਹੈ ਓਮੇਗਾ ਟੀ ਹੀ ਜਿਹੜਾ ਹੈ ਸਾਡਾ ਫੇਜ਼ ਹੈ। ਕਹਿਣ ਦਾ ਮਤਲਬ ਜੇ ਫੇਜ਼ ਸੇਮ ਨੇ ਤੇ ਇਹਨਾਂ ਦਾ ਵਿੱਚ ਫੇਜ਼ ਡਿਫਰੈਂਸ ਕਿੰਨਾ ਹੋਇਆ, ਇਹਨਾਂ ਦੋਨਾਂ ਦਾ ਜਿਹੜਾ ਫੇਜ਼ ਡਿਫਰੈਂਸ ਹੈ 0। ਹੇਅਰ ਫੇਜ਼ ਡਿਫਰੈਂਸ ਬਿਟਵੀਨ I and E is 0। ਫੇਜ਼ ਡਿਫਰੈਂਸ ਸਾਡਾ ਜਿਹੜਾ ਹੈ ਉਹ 0 ਹੈ। ਫੇਜ਼ ਡਿਫਰੈਂਸ 0 ਦਾ ਮਤਲਬ ਕੀ ਹੈ? ਫੇਜ਼ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਕਰੰਟ ਕਿਸ ਤਰ੍ਹਾਂ ਵੱਧਦਾ ਹੈ ਤੇ ਘਟਦਾ ਹੈ। ਕਰੰਟ ਕਿਸ ਤਰ੍ਹਾਂ ਵਧੇਗਾ, ਕਿਸ ਟਾਈਮ ਤੇ ਉਹਦੀ ਕਿੰਨੀ ਵੈਲਿਊ ਹੋਏਗੀ, ਸਾਨੂੰ ਇੱਥੋਂ ਪਤਾ ਲੱਗਦਾ ਹੈ। ਜੇ ਇਹਦੀ ਵੈਲਿਊ ਮੰਨ ਲਓ 0 ਹੈ, ਜੇ ਮੇਗਾ ਟੀ ਦੀ ਵੈਲਿਊ 0 ਹੈ ਤੇ ਸਾਈਨ 0 ਜਿਹੜਾ ਹੈ ਉਹ ਸਾਡਾ 0 ਹੁੰਦਾ ਹੈ। ਤੇ ਜੇ ਆ 0 ਹੋ ਗਿਆ ਤੇ ਕਰੰਟ ਵੀ ਸਾਰਾ ਕਿੰਨਾ ਹੋ ਗਿਆ 0। ਜੇ ਮੇਗਾ ਟੀ 0 ਹੈ
ਤੇ ਸਾਡਾ ਜਿਹੜਾ ਆਲਟਰਨੇਟਿੰਗ ਕਰੰਟ ਹੈ ਉਸ ਟਾਈਮ ਤੇ ਕਿੰਨਾ ਹੋਏਗਾ, ਸਾਡੇ ਕੋਲ 0 ਹੋਏਗਾ। ਮਤਲਬ ਫੇਜ਼ ਤੋਂ ਕਰੰਟ ਤੇ EMF ਦੀ ਜਿਹੜੀ ਹੈ ਵੇਰੀਏਸ਼ਨ ਬਾਰੇ ਪਤਾ ਲੱਗਦਾ ਹੈ ਕਿ ਕਿੰਨੇ ਟਾਈਮ ਬਾਅਦ ਉਹ ਜਿਹੜਾ ਆਲਟਰਨੇਟਿੰਗ ਕਰੰਟ ਹੈ ਕਿੱਥੇ ਪਹੁੰਚਿਆ। ਇਹ ਸਾਰਾ ਸਾਨੂੰ ਫੇਜ਼ ਰਿਲੇਸ਼ਨਸ਼ਿਪ ਤੋਂ ਪਤਾ ਲੱਗੇਗਾ, ਓਮੇਗਾ ਟੀ ਤੋਂ ਪਤਾ ਲੱਗੇਗਾ। ਨਾਓ ਦੋਨਾਂ ਦੇ ਫੇਜ਼ ਸੇਮ ਨੇ, ਇਟ ਮੀਨਸ ਜੇ ਇੱਥੇ ਮੈਂ ਮੰਨ ਲਓ ਓਮੇਗਾ ਟੀ ਦੀ ਵੈਲਿਊ 0 ਲੈਣਾ ਹੈ, ਮੰਨ ਲਓ ਸਪੋਜ਼ ਓਮੇਗਾ ਟੀ 0 ਹੈ, ਆਪਾਂ 0 ਲੈ ਲਈ, ਤੇ ਜੇ ਓਮੇਗਾ ਟੀ 0 ਹੈ ਤੇ ਇੱਥੇ ਕੀ ਬਣ ਜਾਏਗਾ, ਸਾਡੇ ਕੋਲ ਬਣ ਜਾਏਗਾ ਸਾਈਨ 0। ਸਾਈਨ 0 ਕਿੰਨਾ ਹੁੰਦਾ ਹੈ, 0। ਤੇ ਜੇ ਸਾਈਨ 0 0 ਹੈ ਤੇ ਇਹਦਾ ਮਤਲਬ I is equal to I naught into 0, ਕਿਉਂਕਿ ਆ 0 ਹੋ ਗਿਆ ਤੇ ਸਾਰਾ ਹੀ ਕਿੰਨਾ ਆ ਗਿਆ, ਸਾਡੇ ਕੋਲ 0 ਆ ਗਿਆ। ਇਹਦਾ ਮਤਲਬ ਜੇ ਓਮੇਗਾ ਟੀ 0 ਹੈ ਤੇ ਸਾਡਾ ਆਲਟਰਨੇਟਿੰਗ ਕਰੰਟ ਵੀ ਕਿੰਨਾ ਹੋਏਗਾ, 0 ਹੋਏਗਾ। ਨਾ ਓਮੇਗਾ ਟੀ 0 ਹੈ ਤੇ ਇਹਦੇ ਵਿੱਚ ਵੀ ਓਮੇਗਾ ਟੀ ਹੀ ਹੈ, ਦੇਖੋ ਇਹਦੇ ਵਿੱਚ ਵੀ ਓਮੇਗਾ ਟੀ ਹੈ, ਤੇ ਜੇ ਇੱਥੇ ਵੀ 0 ਭਰਾਂਗੇ ਤੇ ਸਾਰਾ 0 ਹੋ ਗਿਆ। ਇਹਦਾ ਮਤਲਬ ਜੇ I 0 ਹੈ ਤੇ ਸਾਡੇ ਕੋਲ ਜਿਹੜਾ ਹੈ E ਵੀ ਜਿਹੜਾ ਹੈ ਸਾਡੇ ਕੋਲ ਉਹ 0 ਹੋਏਗਾ। I 0 ਤੇ E ਵੀ 0, ਕਹਿਣ ਦਾ ਮਤਲਬ ਦੋਨੋਂ ਇਕੱਠੇ 0 ਹੋਣਗੇ। ਤੇ ਜੇ ਅਸੀਂ ਮੰਨ ਕੇ ਚੱਲੀਏ, ਮੰਨ ਲਓ ਓਮੇਗਾ ਟੀ ਮੇਰੇ ਕੋਲ ਜਿਹੜਾ ਹੈ π/2 ਹੈ, ਮੰਨ ਲਓ ਓਮੇਗਾ ਟੀ ਕਿੰਨਾ ਹੈ, π/2 ਆਨਸਰ ਆਇਆ। ਤੇ ਜੇ π/2 ਹੈ 90 ਡਿਗਰੀ ਤੇ ਇਹਦਾ ਮਤਲਬ ਜਿਹੜਾ ਹੈ ਸਾਈਨ 90। ਓਮੇਗਾ ਟੀ ਜੇ π/2 ਹੈ ਤੇ ਇੱਥੇ π/2 ਭਰਾਂਗੇ ਤੇ ਸਾਈਨ π/2, ਸਾਈਨ 90 ਕਿੰਨਾ ਹੁੰਦਾ ਹੈ, 1। ਤੇ ਜੇ ਆ 1 ਹੋਏਗਾ ਤੇ ਆ ਵੀ 1 ਹੋਏਗਾ, ਆ ਦੋਨੋਂ 1 ਹੋ ਗਏ ਤੇ ਸਾਡੇ ਕੋਲ I ਦੀ ਵੈਲਿਊ I naught ਆ ਜਾਏਗੀ ਤੇ E ਦੀ ਵੈਲਿਊ ਕਿੰਨੀ ਆ ਜਾਏਗੀ, E naught। ਕਹਿਣ ਦਾ ਮਤਲਬ ਦੋਨਾਂ ਦੇ ਫੇਜ਼ ਸੇਮ ਨੇ। ਇਹਦਾ ਮਤਲਬ ਜਿਸ ਟਾਈਮ ਤੇ ਆਲਟਰਨੇਟਿੰਗ ਕਰੰਟ 0 ਹੋਏਗਾ ਉਸੇ ਟਾਈਮ ਤੇ ਆਲਟਰਨੇਟਿੰਗ EMF ਵੀ 0 ਹੋਏਗੀ। ਜਿਸ ਟਾਈਮ ਤੇ ਆਲਟਰਨੇਟਿੰਗ ਕਰੰਟ ਮੈਕਸਿਮਮ ਹੋਏਗਾ ਉਦੋਂ ਹੀ ਸਾਡੀ ਜਿਹੜੀ ਹੈ EMF ਵੀ ਮੈਕਸਿਮਮ ਹੋਏਗੀ। ਦੋਨਾਂ ਦੇ ਵਿੱਚ ਫੇਜ਼ ਡਿਫਰੈਂਸ 0 ਹੈ। ਦੇ ਵਿਲ ਇਨਕਰੀਜ਼ ਐਂਡ ਡਿਕਰੀਜ਼ ਸਾਈਮਲਟੇਨੀਅਸਲੀ। ਇਹ ਇਕੱਠੇ ਵਧਣਗੇ ਤੇ ਇਕੱਠੇ ਜਿਹੜੇ ਨੇ ਇਹ 0 ਹੋਣਗੇ, ਅੱਗੇ ਪਿੱਛੇ ਨਹੀਂ ਚੱਲਦੇ। ਜਦੋਂ ਉਹ 0 ਹੈ ਤਾਂ ਉਹ ਵੀ 0 ਹੋਏਗਾ। ਹਾਂਜੀ ਬੇਟਾ ਕਲੀਅਰ। ਆਓ ਇਸ ਨੂੰ ਅਸੀਂ ਇੱਕ ਡਾਇਗਰਾਮ ਦੇ ਨਾਲ ਅਸੀਂ ਕਿਸ ਤਰ੍ਹਾਂ ਰਿਪਰੈਜ਼ੈਂਟ ਕਰ ਸਕਦੇ ਹਾਂ। ਆ ਦੇਖੋ, ਇਧਰਲੇ ਪਾਸੇ ਸਾਡੇ ਕੋਲ ਜਿਹੜਾ ਹੈ ਐਂਗਲ ਹੈ ਓਮੇਗਾ ਟੀ। ਇਹ ਅਸੀਂ ਜਿਹੜਾ ਹੈ EMF ਦਾ ਗ੍ਰਾਫ ਬਣਾ ਲਿਆ। ਨਾਓ ਦਿਸ ਇਜ਼ ਦਾ ਵੇਰੀਏਸ਼ਨ ਆਫ ਆਲਟਰਨੇਟਿੰਗ EMF। ਆਲਟਰਨੇਟਿੰਗ EMF ਦੇਖੋ ਵਧਦੀ ਪਈ ਹੈ। ਇੱਥੇ ਜਾ ਕੇ ਇਸ ਟਾਈਮ ਤੇ ਮੈਕਸਿਮਮ, ਇੱਥੇ 0, ਇੱਥੇ ਜਾ ਕੇ ਜਿਹੜੀ ਹੈ ਉਹ ਜਿਹੜੀ ਆ ਗਈ ਸਾਡੇ ਕੋਲ ਮਾਈਨਸ, ਮਿਨੀਮਮ ਆ ਗਈ, ਇੱਥੇ ਜਾ ਕੇ ਸਾਡੇ ਕੋਲ ਜਿਹੜੀ ਹੈ ਮੈਕਸਿਮਮ। ਇਹ ਆਲਟਰਨੇਟਿੰਗ EMF ਵੇਰੀ ਕਰ ਰਹੀ ਤੇ ਆਲਟਰਨੇਟਿੰਗ ਕਰੰਟ ਵੀ ਸੇਮ ਫੇਜ਼ ਹੈ, ਇਹ ਇਕੱਠੇ ਵੇਰੀ ਕਰਨਗੇ। ਤੇ ਅਸੀਂ ਜਿਹੜਾ ਹੈ ਜੇ ਆਲਟਰਨੇਟਿੰਗ ਕਰੰਟ ਦਾ ਗ੍ਰਾਫ ਬਣਾਉਣਾ ਚਾਹੁੰਦੇ ਆ, then I will show with the help of dotted line। ਇਹਨੂੰ ਮੈਂ ਡਾਟਡ ਲਾਈਨ ਦੇ ਥਰੂ ਜਿਹੜਾ ਹੈ ਦੇਖੋ ਮੈਂ ਇਹਨੂੰ ਸ਼ੋ ਕੀਤਾ। ਆ ਦੇਖੋ ਇਕੱਠੇ ਜਿਹੜੇ ਨੇ 0 ਨੇ, ਇਕੱਠੇ ਵਾਧੇ ਵਾਧੇ ਵਾਧੇ, ਇਕੱਠੇ ਕੀ ਹੋ ਗਏ, ਮੈਕਸਿਮਮ। ਫਿਰ ਘਟਦੇ ਘਟਦੇ ਇਕੱਠੇ 0 ਹੋ ਗਏ। ਫਿਰ ਦੁਬਾਰਾ ਦੇਖੋ ਵਾਧੇ ਵਾਧੇ ਵਾਧੇ, ਫਿਰ ਇਕੱਠੇ ਮੈਕਸਿਮਮ, ਘਟਦੇ ਘਟਦੇ ਦੁਬਾਰਾ ਕਿੰਨੇ ਹੋ ਗਏ, ਉਹ 0 ਹੋ ਗਏ। ਕਹਿਣ ਦਾ ਮਤਲਬ ਦੋਨਾਂ ਨੇ ਇਕੱਠੇ ਵਧਣਾ ਹੈ ਤੇ ਦੋਨਾਂ ਨੇ ਹੀ ਇਕੱਠੇ ਜਿਹੜਾ ਹੈ ਉਹ ਘਟਣਾ ਹੈ। ਦੇ ਇੰਕਰੀਜ਼ ਔਰ ਡਿਕਰੀਜ਼ ਸਾਈਮਲਟੇਨੀਅਸਲੀ। ਨਾਓ ਇੱਕ ਨੂੰ ਅਸੀਂ ਸੋਲਿਡ ਲਾਈਨ ਨਾਲ ਬਣਾਇਆ ਹੈ ਤੇ ਇੱਕ ਨੂੰ ਅਸੀਂ ਜਿਹੜਾ ਹੈ ਡਾਟਡ ਲਾਈਨ ਦੇ ਨਾਲ ਅਸੀਂ ਪਲਾਟ ਕੀਤਾ ਹੈ। ਹਾਂਜੀ ਬੇਟਾ ਕਲੀਅਰ। ਹੁਣ ਕੁਐਸਚਨ ਇਹ ਆ, ਉੱਪਰ ਵਾਲਾ ਮੈਂ ਵੱਡਾ ਜਿਹੜਾ ਗ੍ਰਾਫ ਰੱਖਿਆ, ਦੇਖੋ ਪੀਕ ਜ਼ਿਆਦਾ ਕਿਹਦੀ ਰੱਖੀ ਹੈ, ਕਰੰਟ ਆਪਣਾ EMF ਦੀ, ਤੇ ਕਰੰਟ ਵਾਲੀ ਜਿਹੜੀ ਹੈ ਮੈਂ ਨੀਚੇ ਰੱਖੀ ਹੈ ਘੱਟ। EMF ਵਾਲੇ ਦਾ ਮੈਗਨੀਟਿਊਡ ਜ਼ਿਆਦਾ ਹੈ ਤੇ ਕਰੰਟ ਦਾ ਘੱਟ ਕਿਉਂ ਹੈ। ਧਿਆਨ ਨਾਲ ਦੇਖੋ, ਜਿਹੜਾ I naught ਸੀ ਬੇਟਾ ਇਸ ਇਕੁਏਸ਼ਨ 'ਚ,
आई नॉट कित्थों आया सी, पिछे देखो यह फार्मूला सी, आई नॉट की जिहड़ी वैल्यू सीगी ई नॉट ओवर आर। जदों असी पीक वैल्यू ऑफ ईएमएफ नू रजिस्टेंस नाल डिवाइड कर दांगे फिर साडी पीक वैल्यू ऑफ करंट आएगी। इसदा मतलब करंट दी पीक वैल्यू ईएमएफ दी पीक वैल्यू नालों घट है। क्यों? क्योंकि थल्ले देखो बेटा डिवाइड हो रहा। मान लो आ वैल्यू जब मान लो साडे कोल हैगी है 10 ते थल्ले हैगा 2 ते साडे कोल आएगा 5, आई नॉट दी वैल्यू 5 आएगी। कहने का मतलब आई नॉट ई नॉट नालों छोटा होएगा, इस करके मैं जड़ा आई नॉट वैल्यू जड़ी है वो नीचे बनाई है। इनू असी जड़ा है जड़ा वड्डा असी इनू शो करते हैं। हाँ जी बेटा इस तो क्लीयर। हाँ जी एदा मतलब की होया कि जदों भी ऑल्टरनेटिंग ईएमएफ नू रजिस्टेंस दे उत्ते अप्लाई कर दांगे ते की होएगा, ऑल्टरनेटिंग करंट ते ऑल्टरनेटिंग ईएमएफ दे वेरी साइमल्टेनियसली, दोनों कट्ठे वेरी करनगे। दोनों दे विच फेज डिफरेंस कितना आ रहा है, 0 आ रहा है। कट्ठे वधनगे कट्ठे जिहड़े आ घटणगे ते ਇਹ ਜਿਹੜੇ ग्राफ ने ਇਹਦੇ ਅਕੋਰਡਿੰग ਅਸੀਂ ਇਹਨੂੰ ਅਸੀਂ ਸ਼ੋ ਕਰ ਦਿੱਤਾ। ਨਾਓ ਇਸ ਤੋਂ ਬਾਅਦ ਜੇਕਰ ਅਸੀਂ ਇੱਕ ਡਾਇਗਰਾਮ ਹੋਰ ਡਿਸਕਸ ਕਰੀਏ, ਉਸ ਡਾਇਗਰਾਮ ਦਾ ਜਿਹੜਾ ਸਾਡਾ ਨੇਮ ਹੈ ਉਸ ਨੂੰ ਅਸੀਂ ਬੋਲਦੇ ਹਾਂ ਫੇਜ਼ਰ ਡਾਇਗਰਾਮ। ਹਾਂਜੀ ਹੁਣ ਸਾਡੇ ਕੋਲ ਜਿਹੜੀ ਹੈ ਫੇਜ਼ਰ ਡਾਇਗਰਾਮ ਹੈ, ਵੈਕਟਰ ਡਾਇਗਰਾਮ ਵੀ ਬੋਲਦੇ ਹਾਂ। ਇਹ ਬਹੁਤ ਹੀ ਇੰਪੋਰਟੈਂਟ ਡਾਇਗਰਾਮ ਹੈ, ਇਹਨੂੰ ਅਸੀਂ ਜਿਹੜਾ ਹੈ ਬੜੇ ਡਿਟੇਲ ਦੇ ਵਿੱਚ ਜਿਹੜਾ ਆਪਾਂ ਸਟੱਡੀ ਕਰਨਾ। ਆਰਟੀਕਲ ਮੇਰਾ ਉਹੀਓ ਚੱਲਦਾ ਪਿਆ, ਇਹਦੀ ਸਿਰਫ ਤੇ ਸਿਰਫ ਇੱਕ ਚੀਜ਼ ਰਹਿ ਗਈ, ਫੇਜ਼ਰ ਡਾਇਗਰਾਮ ਜਿਹੜੀ ਹੈ ਇਹ ਚੀਜ਼ ਸਾਨੂੰ ਜਿਹੜੀ ਹੈ ਸਮਝਾਉਣ ਵਾਸਤੇ ਕੀਤੀ ਹੈ। ਇਹ ਯਾਦ ਰੱਖਣਾ ਕਿ ਈ ਕਰੰਟ ਦੀ ਪੀਕ ਵੈਲਿਊ ਘੱਟ ਹੁੰਦੀ ਹੈ ਈਐਮਐਫ ਨਾਲੋਂ। ਇਹ ਤੁਸੀਂ ਧਾਰਨਾ ਨਹੀਂ ਸੀ ਇੱਥੇ, ਉਹ ਸਮਝਾਉਣ ਵਾਸਤੇ ਕੀਤਾ। ਨਾਓ ਫੇਜ਼ਰ ਡਾਇਗਰਾਮ। ਫੇਜ਼ਰ ਡਾਇਗਰਾਮ ਇੱਕ ਉਹ ਡਾਇਗਰਾਮ ਹੈ ਜਿਹੜਾ ਕਰੰਟ ਤੇ ਈਐਮਐਫ ਉਹਨਾਂ ਦੇ ਵਿੱਚ ਫੇਜ਼ ਰਿਲੇਸ਼ਨਸ਼ਿਪ ਨੂੰ ਐਕਸਪ੍ਰੈਸ ਕਰੇਗੀ। ਆਲਟਰਨੇਟਿੰਗ ਕਰੰਟ ਹੈ, ਆਲਟਰਨੇਟਿੰਗ ਈਐਮਐਫ ਹੈ, ਦੋਨਾਂ ਦੇ ਫੇਜ਼ ਰਿਲੇਸ਼ਨਸ਼ਿਪ ਨੂੰ ਦੱਸਣ ਵਾਲੀ ਡਾਇਗਰਾਮ ਜਿਹੜੀ ਹੈ ਉਹ ਮੇਰੀ ਡਾਇਗਰਾਮ ਕਿਹੜੀ ਹੈ, ਫੇਜ਼ਰ ਡਾਇਗਰਾਮ। ਹਾਂਜੀ ਬੇਟਾ ਕਲੀਅਰ। आओ इस नूं जिहड़ा आपां डिस्कस करते हैं। सब नालों पहला देखो असीं की करना है, इस तरह जिस ग्राफ जिहड़ा आपां ड्रॉ करते हैं इत्थे असीं 0 लिख लांगे। हेयर इज वाई एक्सिस, हेयर इज एक्स एक्सिस, वाई डैश ते एक्स डैश। इस तरह बनाने तो बाद असीं की करना है, एक वैक्टर ड्रॉ करांगे ओरिजिन तो। एक असी वैक्टर जिहड़ा है आपां ड्रॉ कर दिता ओरिजिन तो, जिहड़ा सानू पीक वैल्यू दसेगा ऑल्टरनेटिंग ईएमएफ दी। सब नालों पहला एक वैक्टर ड्रॉ कर देना है पहले कोआर्डिनेट दे विच। ए फर्स्ट कोआर्डिनेट, सैकंड, थर्ड ते फोर्थ। फर्स्ट कोआर्डिनेट दे विच एक वैक्टर ड्रॉ कर देना है असी ओरिजिन तो, ते यह वैक्टर जिहड़ा है सानू पीक वैल्यू दसेगा ऑल्टरनेटिंग जिहड़ी है ईएमएफ दी। असी ड्रॉ कर दिते। हाँ जी बेटा क्लीयर। साडे कोल जिहड़ियां दो इक्वेशन सीगियां ਉਹ मैं ਤੁਹਾਨੂੰ ਇੱਥੇ लिख देना, ਜਿਹੜੀਆਂ मैं रब कर ਦਿੱਤੀਆਂ ਨੇ। एक सीगी E is equal to E naught sin omega t, ਇਹ नंबर 1 ਸੀ। ਤੇ दूसरी इक्वेशन ਅਸੀਂ ਜਿਹੜੀ ਡਰਾਈਵ ਕੀਤੀ ਸੀ ਉਹ ਆ ਵਾਲੀ ਇਕੁਏਸ਼ਨ ਸੀ। ਹਾਂਜੀ ਬੇਟਾ ਕਲੀਅਰ। डायग्राम ना आने वास्ते सब ना पहला एक वैक्टर ड्रॉ करना है फर्स्ट कोआर्डिनेट दे विच। वो वैक्टर सानू कादी वैल्यू रिप्रेजेंट करेगा, पीक वैल्यू दसेगा। हाँ जी बेटा क्लीयर। हुण जे ईएमएफ की गल हो रही है ते ईएमएफ का देखो फेज एंगल कितना है, ਇਹਦਾ फेज एंगल हैगा ओमेगा टी। इत्थे तुसी ਇਹਦਾ ਜਿਹੜਾ है फेज एंगल लिख देना है ओमेगा टी। आ एरो नू खास ध्यान रखना है कि ਜਿਹੜਾ फेजर है इनू रोटेट कर सकते हैं एंटी क्लॉकवाइज।
ਫੇਜ਼ਰ ਕੈਨ ਬੀ ਰੋਟੇਟਡ ਐਂਟੀ ਕਲੌਕਵਾਈਜ਼। ਜਿਸ ਤਰ੍ਹਾਂ ਅਸੀਂ ਪਹਿਲੇ ਕੁਆਡਰੈਂਟ ਤੋਂ ਸੈਕੰਡ, ਥਰਡ, ਫੋਰਥ ਜਾਂਦੇ ਆ ਐਂਟੀ ਕਲੌਕਵਾਈਜ਼, ਇਸ ਤਰ੍ਹਾਂ ਜਿਹੜਾ ਸਾਡਾ ਫੇਜ਼ਰ ਹੈ ਇਟ ਕੈਨ ਬੀ ਰੋਟੇਟਡ ਐਂਟੀ ਕਲੌਕਵਾਈਜ਼ ਡਾਇਰੈਕਸ਼ਨ। ਨਾਓ ਇਸ ਤੋਂ ਬਾਅਦ ਇਹ ਜਿਹੜਾ ਧਿਆਨ ਨਾਲ ਦੇਖੋ, ਜੇਕਰ ਅਸੀਂ ਇਸ E ਨੋਟ ਦੇ ਦੋ ਪਾਰਟਸ ਕਰ ਦਈਏ ਜਿਹਨੂੰ ਅਸੀਂ ਬੋਲਦੇ ਹਾਂ ਰੈਜ਼ੋਲੂਸ਼ਨ। ਸਭ ਨੂੰ ਪਤਾ ਹੈ ਕਿ ਰੈਜ਼ੋਲੂਸ਼ਨ ਦੇ ਵਿੱਚ ਕਿਵੇਂ ਕੀਤਾ ਜਾਂਦਾ ਹੈ, ਟੇਲ ਤੇ ਜਾ ਕੇ ਇੱਕ ਇੱਧਰ ਆਏਗਾ, ਦੂਸਰਾ ਪਾਰਟ ਸਾਡਾ ਇੱਧਰ ਆਏਗਾ। ਜਿਹੜੇ ਪਾਸੇ ਐਂਗਲ ਗਿਵਨ ਹੁੰਦਾ ਹੈ ਉਸ ਪਾਸੇ cos ਵਾਲਾ ਕੰਪੋਨੈਂਟ ਹੁੰਦਾ ਹੈ। ਇੱਧਰ ਜਿਹੜੀ ਇਹਦੀ ਵੈਲਿਊ ਆਏਗੀ E ਨੋਟ cos omega t, ਤੇ ਇਧਰਲੇ ਪਾਸੇ ਜਿਹੜੀ ਵੈਲਿਊ ਆਏਗੀ E ਨੋਟ sin omega t। ਇੱਕ ਪਾਸੇ cos ਦੀ ਵੈਲਿਊ ਆਣੀ ਹੈ, ਇੱਕ ਪਾਸੇ ਸਾਡੀ ਜਿਹੜੀ ਆਣੀ ਹੈ sin ਦੀ ਆਣੀ ਹੈ। ਹਾਂਜੀ ਬੇਟਾ ਕਲੀਅਰ। y ਵਾਲੇ ਪਾਸੇ E ਨੋਟ sin omega t ਵਾਲੀ ਵੈਲਿਊਜ਼ ਆਣੀ ਹੈ, x ਐਕਸਿਸ ਵਾਲੇ ਪਾਸੇ E ਨੋਟ cos omega t ਵਾਲੀ ਵੈਲਿਊ ਆਣੀ ਹੈ। ਕਲੀਅਰ। ਬਟ ਮੇਰੇ ਕੋਲ ਅਸੀਂ ਸਟਾਰਟਿੰਗ ਤੇ ਲੈ ਕੇ ਚੱਲੇ ਆ sin omega t। ਇਹਦਾ ਮਤਲਬ ਮੈਂ ਜਿਹੜਾ ਹੈ cos ਵਾਲੇ ਪਾਸੇ ਨਹੀਂ ਜਾਊਂਗਾ, ਮੇਰੀ ਜਿਹੜੀ ਵੈਲਿਊਜ਼ ਆਣਗੀਆਂ E ਨੋਟ sin omega t ਉਹ y ਐਕਸਿਸ ਵਾਲੇ ਪਾਸੇ ਮੈਂ ਰਿਪਰੈਜ਼ੈਂਟ ਕਰਾਂਗਾ। ਹਾਂਜੀ ਬੇਟਾ ਕਲੀਅਰ। ਇਹਦਾ ਮਤਲਬ ਇਸ ਦਾ ਕਲੀਅਰ। ਇਸ ਤੋਂ ਬਾਅਦ ਅਸੀਂ ਇੱਥੋਂ ਇੱਕ ਪਰਪੈਂਡੀਕੂਲਰ ਡਰਾ ਕਰਨਾ। ਜਦੋਂ ਅਸੀਂ ਇੱਥੋਂ ਪਰਪੈਂਡੀਕੂਲਰ ਡਰਾ ਕੀਤਾ, ਇਹ ਸਾਡੀ ਜਿਹੜੀ ਵੈਲਿਊ ਆਏਗੀ E ਨੋਟ sin omega t, ਜਿਸ ਨੂੰ ਅਸੀਂ E ਕਹਿ ਦਿੰਦੇ ਆ। ਇਹ ਸਾਡੀ ਇਨਸਟੈਂਟੇਨੀਅਸ ਵੈਲਿਊ ਆ ਜਾਏਗੀ। ਜੇ ਪੂਰਾ ਲਿਖਣਾ ਤੇ ਲਿਖੋ, ਨਹੀਂ ਤੇ ਸਿੰਪਲ ਅਸੀਂ E ਵੀ ਲਿਖ ਸਕਦੇ ਹਾਂ। ਹਾਂਜੀ ਬੇਟਾ ਕਲੀਅਰ। ਯੂ ਕੈਨ ਰਾਈਟ ਇਟ ਆਲਸੋ ਐਜ਼ ਸਿੰਪਲ E। ਤੁਸੀਂ x ਐਕਸਿਸ ਉੱਪਰ ਪਰਪੈਂਡੀਕੂਲਰ ਡਰਾ ਨਹੀਂ ਕਰਨਾ, ਕਿਉਂਕਿ x ਐਕਸਿਸ ਉੱਪਰ cos ਵਾਲੀ ਵੈਲਿਊ ਰਿਪਰੈਜ਼ੈਂਟ ਹੁੰਦੀ ਹੈ, ਸਾਡੇ ਕੋਲ sin ਵਾਲੀ ਹੈ। ਅਸੀਂ ਇੱਥੋਂ ਪਰਪੈਂਡੀਕੂਲਰ ਡਰਾ ਕਰਾਂਗੇ, ਜਿੱਥੇ ਪਰਪੈਂਡੀਕੂਲਰ ਆਏਗਾ ਉਹਦੇ ਸਾਹਮਣੇ ਸਾਡੀ E ਦੀ ਵੈਲਿਊ ਆ ਜਾਏਗੀ E ਨੋਟ sin omega t। ਹਾਂਜੀ ਬੇਟਾ ਕਲੀਅਰ। ਨਾਓ ਇਸ ਡਾਇਗਰਾਮ ਨੂੰ ਵੇਖ ਕੇ ਕੋਈ ਵੀ ਸਟੂਡੈਂਟ ਜਿਹੜਾ ਹੈ ਦੱਸ ਸਕਦਾ ਹੈ ਕਿ ਸਰ ਜਿਹੜੀ ਆਲਟਰਨੇਟਿੰਗ EMF ਹੈ ਉਹਦਾ ਫੇਜ਼ ਐਂਗਲ omega t ਹੈ। ਕੋਈ ਵੀ ਸਟੂਡੈਂਟ ਦੱਸ ਸਕਦਾ ਹੈ ਕਿ ਆਲਟਰਨੇਟਿੰਗ EMF ਦਾ ਫੇਜ਼ ਐਂਗਲ ਜਿਹੜਾ ਹੈ ਕਿੰਨਾ ਹੈ ਸਾਡੇ ਕੋਲ omega t। ਹਾਂਜੀ ਬੇਟਾ ਕਲੀਅਰ। ਨਾਓ ਦੂਜੇ ਪਾਸੇ ਧਿਆਨ ਦਈਏ, ਆਲਟਰਨੇਟਿੰਗ ਕਰੰਟ ਦੀ ਗੱਲ ਕਰਦੇ ਹਾਂ, ਤੇ ਆਲਟਰਨੇਟਿੰਗ ਕਰੰਟ ਦਾ ਫੇਜ਼ ਐਂਗਲ ਕਿੰਨਾ ਹੈ, ਇਹਦਾ omega t ਹੈ, ਤੇ ਇਹਦਾ ਵੀ ਦੇਖੋ ਕਿੰਨਾ ਹੈ omega t ਹੈ। ਇਹਦਾ ਮਤਲਬ ਕੀ ਹੋਇਆ ਕਿ ਜੇਕਰ ਆ ਪੀਕ ਵੈਲਿਊ ਸਾਡੀ ਆ ਰਹੀ ਹੈ E ਨੋਟ ਦੀ, ਤੇ ਜੇ ਮੈਂ I ਨੋਟ ਪਲਾਟ ਕਰਨਾ ਹੋਵੇ ਤੇ ਸੋਚੋ ਕਿੱਥੇ ਆਏਗਾ। ਜੇ ਮੈਂ E ਨੋਟ ਨੂੰ ਇਸ ਤਰ੍ਹਾਂ ਪਲਾਟ ਕਰਤਾ ਤੇ ਉਹਦਾ ਐਂਗਲ omega t ਲਿਖ ਚੁੱਕਾ ਹੈ, ਤੇ ਜੇ ਮੈਂ I ਨੋਟ ਨੂੰ ਵੀ ਵੈਕਟਰ ਦੇ ਨਾਲ ਰਿਪਰੈਜ਼ੈਂਟ ਕਰਨਾ ਹੈ, ਪਲੀਜ਼ ਟੈਲ ਵੇਅਰ I ਵਿਲ ਪਲਾਟ I ਨੋਟ। I ਨੋਟ ਕਿੱਥੇ ਆਏਗਾ? I ਨੋਟ ਦਾ ਵੀ ਫੇਜ਼ ਐਂਗਲ omega t ਹੈ। ਜੇ omega t ਹੈ ਇਹਦਾ ਮਤਲਬ I ਨੋਟ ਦੀ ਵੈਲਿਊ ਜਿਹੜੀ ਹੈ ਇਹਦੇ ਉੱਪਰ ਹੀ ਆ ਜਾਏਗੀ। I ਨੋਟ ਦੀ ਵੈਲਿਊ ਬਿਲਕੁਲ E ਨੋਟ ਦੇ ਉੱਪਰ ਆਏਗੀ। Why? Because both have same phase angle। ਹਾਂਜੀ ਬੇਟਾ ਕਲੀਅਰ। ਪਰ ਇੱਕ ਚੀਜ਼ ਦੱਸੋ, ਇਹਨੂੰ ਛੋਟਾ ਕਿਉਂ ਬਣਾਇਆ? I ਨੋਟ ਨੂੰ E ਨੋਟ ਨਾਲੋਂ ਛੋਟਾ ਕਿਉਂ ਬਣਾਇਆ? ਉਹ ਮੈਂ ਪਹਿਲਾਂ ਹੀ ਦੱਸ ਚੁੱਕਾ ਹਾਂ ਕਿ ਜਿਹੜੀ I ਨੋਟ ਦੀ ਵੈਲਿਊ ਹੈ E ਨੋਟ ਬਾਈ R। ਜਦੋਂ E ਨੋਟ ਨੂੰ R ਨਾਲ ਡਿਵਾਈਡ ਕਰ ਦੋਗੇ ਫਿਰ I ਨੋਟ ਆਏਗਾ। ਇਹਦਾ ਮਤਲਬ I ਨੋਟ ਛੋਟਾ ਹੈ। ਹਾਂਜੀ ਬੇਟਾ ਕਲੀਅਰ। ਇੱਥੋਂ ਅਸੀਂ ਫਿਰ ਇੱਕ ਪਰਪੈਂਡੀਕੂਲਰ ਡਰਾ ਕਰਾਂਗੇ, y ਵਾਲੇ ਪਾਸੇ ਕਰਨਾ ਹੈ, ਤੇ ਇਹ ਸਾਡੀ ਵੈਲਿਊ ਕਿਹੜੀ ਆ ਜਾਏਗੀ? I ਦੀ ਵੈਲਿਊ ਆ ਜਾਏਗੀ। ਦਿਸ ਇਜ਼ ਕਾਲਡ ਦਾ ਫੇਜ਼ਰ ਡਾਇਗਰਾਮ। ਇਸ ਡਾਇਗਰਾਮ 'ਚ ਵੇਖ ਕੇ ਦੱਸੋ ਕਰੰਟ ਤੇ EMF ਦੋਨਾਂ ਦਾ ਫੇਜ਼ ਐਂਗਲ ਕਿੰਨਾ ਕਿੰਨਾ ਹੈ? ਦੋਨਾਂ ਦਾ ਫੇਜ਼ ਐਂਗਲ ਕਿੰਨਾ ਹੈ? omega t। ਦੋਨਾਂ ਵਿੱਚ ਫੇਜ਼ ਡਿਫਰੈਂਸ ਕਿੰਨਾ ਹੈ? ਡਿਫਰੈਂਸ ਕਿੰਨਾ ਹੋ ਗਿਆ? 0 ਹੋ ਗਿਆ। This is a phasor diagram। ਇਹ ਕਾਦੀ ਫੇਜ਼ਰ ਡਾਇਗਰਾਮ ਹੈ? ਰੈਜ਼ਿਸਟੈਂਸ ਦੀ ਹੈਗੀ ਹੈ, ਕਿਉਂਕਿ ਰੈਜ਼ਿਸਟੈਂਸ ਦੇ ਵਿੱਚ ਦੋਨਾਂ ਨੇ ਇਕੱਠੇ ਵੇਰੀ ਕਰਨਾ ਹੈ, ਇਕੱਠੇ ਜਿਹੜਾ ਉਹਨਾਂ ਨੇ ਮਿਨੀਮਮ ਹੋਣਾ ਹੈ, ਇਕੱਠੇ ਇਹਨਾਂ ਨੇ ਜਿਹੜਾ ਹੈ ਉਹ ਮੈਕਸਿਮਮ ਹੋਣਾ। ਆਈ ਥਿੰਕ ਤੁਹਾਨੂੰ ਜਿਹੜੀ ਹੈ ਫੇਜ਼ਰ ਡਾਇਗਰਾਮ ਬਾਰੇ ਕਲੀਅਰ ਹੋ ਗਿਆ। ਫੇਜ਼ਰ ਡਾਇਗਰਾਮ ਦਾ ਦੂਸਰਾ ਨਾਮ ਵੈਕਟਰ ਡਾਇਗਰਾਮ। ਇਹਦੇ ਵਿੱਚ ਇੱਕ ਵੈਕਟਰ ਜਿਹੜਾ ਹੈ ਉਹ ਸਾਨੂੰ ਪੀਕ ਵੈਲਿਊ ਜਿਹੜੀ ਹੈ ਸ਼ੋ ਕਰੇਗਾ। ਸਭ ਨਾਲੋਂ ਪਹਿਲਾਂ ਅਸੀਂ
ਜਿਹੜੀ ਹੈ EMF ਦੀ ਪੀਕ ਵੈਲਿਊ ਸ਼ੋ ਕਰਾਂਗੇ। ਉਸ ਤੋਂ ਬਾਅਦ ਉੱਥੋਂ ਪਰਪੈਂਡੀਕੂਲਰ ਡਰਾ ਕਰਕੇ E ਆ ਜਾਏਗਾ, ਨਾਲ ਉਹਦਾ ਐਂਗਲ ਲਿਖ ਦਾਂਗੇ ਜਿੰਨਾ ਉਹਦਾ ਐਂਗਲ ਹੈ। ਉਸ ਤੋਂ ਬਾਅਦ ਅਸੀਂ I ਵਾਸਤੇ ਜਿਹੜੀ ਇਕੁਏਸ਼ਨ ਨੰਬਰ 2 ਫਾਈਂਡ ਆਊਟ ਕੀਤੀ ਹੈ, ਉਹਦੇ ਵਿੱਚ ਅਸੀਂ ਦੇਖਾਂਗੇ ਪਹਿਲਾਂ ਫੇਜ਼ ਕਿੰਨਾ ਹੈ। ਫੇਜ਼ ਉਹਦਾ ਵੀ ਕਿੰਨਾ ਹੈ, ਓਮੇਗਾ ਟੀ। ਇਹਦਾ ਮਤਲਬ I0 ਵਾਲਾ ਵੈਕਟਰ ਵੀ ਇਹਦੇ ਉੱਪਰ ਹੀ ਤੁਹਾਡਾ ਆ ਜਾਏਗਾ। ਹਾਂਜੀ ਬੇਟਾ ਕਲੀਅਰ। ਨਾਓ ਨੈਕਸਟ ਜਿਹੜਾ ਸਾਡਾ ਆਰਟੀਕਲ ਹੈ ਬੇਟਾ, ਅਸੀਂ ਹੁਣ ਉਹ ਕਪੈਸਿਟਰ ਵਾਲਾ ਆਰਟੀਕਲ ਕਰਾਂਗੇ। ਉਹਦੇ ਵਿੱਚ ਤੁਸੀਂ ਦੇਖੋਗੇ ਸਟਾਰਟਿੰਗ ਤੇ ਇਕੁਏਸ਼ਨ ਨੰਬਰ 1 ਆਈ ਲਗਾਣੀ ਹੈ ਮੈਂ, ਤੇ ਜਦੋਂ ਮੈਂ ਕਰੰਟ ਫਾਈਂਡ ਆਊਟ ਕਰਾਂਗਾ ਨਾ ਤੇ ਦੇਖੋਗੇ ਇੱਥੇ ਓਮੇਗਾ ਟੀ ਨਹੀਂ ਆਏਗਾ, ਇੱਥੇ ਜਿਹੜਾ ਹੈ ਫੇਜ਼ ਦਾ ਡਿਫਰੈਂਸ ਆਏਗਾ। ਇੱਥੇ ਓਮੇਗਾ ਟੀ ਹੈ, ਇੱਥੇ 90 ਪਲੱਸ ਓਮੇਗਾ ਟੀ ਹੋ ਜਾਏਗਾ। ਇਹਦੇ ਮਤਲਬ ਦੋਨਾਂ ਦੇ ਵਿੱਚ ਫੇਜ਼ ਦਾ ਡਿਫਰੈਂਸ ਆਏਗਾ। ਇਹਨੂੰ ਅਸੀਂ ਜਿਹੜਾ ਹੈ ਨੈਕਸਟ ਆਰਟੀਕਲ ਦੇ ਵਿੱਚ ਆਪਾਂ ਡਿਸਕਸ ਕਰਾਂਗੇ, ਤੇ ਇਸ ਆਰਟੀਕਲ ਨੂੰ ਜਿਹੜਾ ਹੈ ਚੰਗੇ ਤਰੀਕੇ ਦੇ ਨਾਲ ਜਿਹੜਾ ਹੈ ਬੇਟਾ ਕਰਨਾ ਹੈ। ਥੈਂਕ ਯੂ।